ਵੈਲਕਮ ਟੂ ਕਰੀਅਰ ਕੁਐਸਟ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਦੇ ਉੱਤੇ ਤੁਹਾਡੇ ਪੰਜਾਬ ਦੀ ਜਾਂ ਤੁਸੀਂ ਕਹ ਲਓ ਪੂਰੇ ਇੰਡੀਆ ਦੀ ਮਾਡਰਨ ਹਿਸਟਰੀ ਨੂੰ ਕੰਪਲੀਟ ਕਰਨ ਦੇ ਲਈ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਸੋ ਉਸੇ ਸੀਰੀਜ਼ ਦਾ ਅੱਜ 7th ਲੈਕਚਰ ਹੈ। ਆਲਮੋਸਟ ਆਪਾਂ ਬਹੁਤ ਕੁਛ ਉਹਦੇ 'ਚ ਜਦੋਂ ਮੈਂ ਫਸਟ ਲੈਕਚਰ ਲਿਆ ਸੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਡਿਸਕਸ ਕਰਵਾਇਆ ਸੀ ਮਾਡਰਨ ਹਿਸਟਰੀ ਦਾ। ਸੋ ਉਹਦੇ ਜੋ ਫਸਟ ਲਾਈਨ ਸੀ ਉਹ ਆਲਮੋਸਟ ਆਪਾਂ ਕਵਰ ਕਰ ਚੁੱਕੇ ਹਾਂ। ਕੀ ਸੀ ਕਿ ਯੂਰਪੀਅਨ ਪਾਵਰਸ ਦਾ ਇੰਡੀਆ ਦੇ ਵਿੱਚ ਆਉਣਾ। ਇੱਕ ਵਾਰ ਪਿਛਲੇ ਲੈਕਚਰਸ ਨੂੰ ਆਪਾਂ ਰਿਕਾਲ ਕਰ ਲੈਂਦੇ ਹਾਂ ਕਿ ਆਪਾਂ ਹੁਣ ਤੱਕ ਕੀ ਕੁਝ ਪੜ੍ਹ ਚੁੱਕੇ ਹਾਂ ਮਾਡਰਨ ਹਿਸਟਰੀ ਦੇ ਵਿੱਚ। ਇਸ ਤੋਂ ਪਹਿਲਾਂ 5 ਤੋਂ 6 ਕਲਾਸਿਸ ਆਪਣੀਆਂ ਹੋ ਚੁੱਕੀਆਂ ਨੇ ਮਾਡਰਨ ਹਿਸਟਰੀ ਦੀਆਂ, ਤੇ ਹੁਣ ਤੱਕ ਆਪਾਂ ਕੀ ਕੀਤਾ ਹੈ ਤੇ ਫਰਦਰ ਅੱਜ ਆਪਾਂ ਕੀ ਕਰਾਂਗੇ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਕਿ ਹੁਣ ਤੱਕ ਆਪਾਂ ਕੀ ਕਰ ਚੁੱਕੇ ਹਾਂ ਮਾਡਰਨ ਹਿਸਟਰੀ ਦੇ ਵਿੱਚ। ਸੋ ਆਪਾਂ ਸਟਾਰਟ ਕੀਤਾ ਸੀ ਕਿ ਯੂਰਪੀਅਨ ਪਾਵਰਸ ਇੰਡੀਆ ਦੇ ਵਿੱਚ ਆਉਂਦੀਆਂ ਨੇ, ਉਹਨਾਂ ਦੇ ਸਟਰਗਲ ਦਾ ਟਾਈਮ ਪੀਰੀਅਡ ਆਪਾਂ ਦੇਖਿਆ ਸੀ ਕਿ ਡਿਫਰੈਂਟ ਯੂਰਪੀਅਨ ਪਾਵਰਸ ਆਉਂਦੀਆਂ ਨੇ, ਜਿਹੜੀਆਂ ਉਹਦੇ 'ਚ ਸਭ ਤੋਂ ਮੋਸਟ ਇੰਪੋਰਟੈਂਟ ਪਾਵਰ ਸੀ ਇੱਕ ਤਾਂ ਬ੍ਰਿਟਿਸ਼ਰ ਸੀ, ਸੈਕਿੰਡ ਫਰਾਂਸ ਸੀ ਤੇ ਸਭ ਤੋਂ ਪਹਿਲਾਂ ਪੁਰਤਗੀਜ਼ ਆਏ ਸੀ। ਸੋ ਇਹ ਤਿੰਨ ਇੰਪੋਰਟੈਂਟ ਪਾਵਰਸ ਬਾਰੇ ਡਿਸਕਸ਼ਨ ਕੀਤੀ। ਆਫਟਰ ਦੈਟ ਆਪਾਂ ਉਸੇ ਲੈਕਚਰ ਦੇ ਵਿੱਚ ਆਪਾਂ ਕਾਰਨੇਟਿਕ ਦੀਆਂ 3 ਵਾਰਸ ਪੜ੍ਹੀਆਂ। ਕਾਰਨੇਟਿਕ ਦੀਆਂ 3 ਵਾਰਸ ਪੜ੍ਹਨ ਤੋਂ ਬਾਅਦ ਆਪਾਂ ਨੈਕਸਟ ਲੈਕਚਰ ਦੇ ਵਿੱਚ ਪਲਾਸੀ ਦੀ ਬੈਟਲ ਪੜ੍ਹੀ, ਬੈਟਲ ਆਫ ਬਕਸਰ ਦੇਖਿਆ, ਤੇ ਇਹਨਾਂ ਤੋਂ ਬਾਅਦ ਬੈਟਲ ਆਫ ਬਕਸਰ ਤੋਂ ਬਾਅਦ ਆਪਾਂ ਦੇਖਿਆ ਕਿ ਬੰਗਾਲ ਦੇ ਉੱਤੇ ਪੂਰੇ ਤਰੀਕੇ ਨਾਲ ਕਬਜ਼ਾ ਕਰ ਚੁੱਕੀ ਹੈ ਜੋ ਸਾਡੀ ਬ੍ਰਿਟਿਸ਼ ਇੰਡੀਆ ਸੀ। ਆਫਟਰ ਦੈਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਮਾਈਸੌਰ ਦੀਆਂ 4 ਬੈਟਲਸ ਕੀਤੀਆਂ, ਫਿਰ ਆਪਾਂ ਮਰਾਠਾਸ ਦੀਆਂ ਬੈਟਲ ਕੀਤੀਆਂ ਨੈਕਸਟ ਲੈਕਚਰ ਦੇ ਵਿੱਚ। ਆਫਟਰ ਦੈਟ ਆਪਾਂ ਦੇਖਿਆ ਕਿ ਸਿੰਧ ਨੂੰ ਕਿਸ ਤਰੀਕੇ ਦੇ ਨਾਲ ਕਨਕੁਐਸਟ ਕੀਤਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ, ਤੇ ਆਫਟਰ ਦੈਟ 1849 ਦੇ ਵਿੱਚ ਆਪਾਂ ਦੇਖਿਆ ਕਿ ਪੰਜਾਬ ਦੇ ਉੱਤੇ ਵੀ ਕਬਜ਼ਾ ਕਰ ਲਿਆ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿੱਚ ਕੰਪਨੀ ਨੇ। ਸੋ ਜੋ ਆਪਣਾ ਲਾਸਟ ਲੈਕਚਰ ਰਿਹਾ 5th 6th ਲੈਕਚਰ ਰਿਹਾ, ਉਸ ਦੇ ਵਿੱਚ ਆਪਾਂ ਕੀ ਦੇਖਿਆ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਇੰਡੀਆ ਦੀ ਐਗਰੀਕਲਚਰ ਦੇ ਉੱਤੇ ਜਾਂ ਇੰਡੀਆ ਦੇ ਤੁਸੀਂ ਕਹਿ ਲਓ ਕਿ ਇੰਡੀਆ ਦੀ ਇੰਡਸਟਰੀ ਦੇ ਉੱਤੇ, ਇੰਡੀਆ ਦੀ ਡਿਵੈਲਪਮੈਂਟ ਦੇ ਉੱਤੇ, ਐਸ ਵੈਲ ਐਜ਼ ਇੰਡੀਆ ਦੇ ਸੋਸ਼ਲ ਰਿਫਾਰਮ ਦੇ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਕੀ ਪ੍ਰਭਾਵ ਰਿਹਾ ਹੈ। ਇਹ ਵੀ ਆਪਾਂ ਕੱਲ ਦੇ ਲੈਕਚਰ ਵਿੱਚ ਪੜ੍ਹਿਆ ਸੀ ਕਿ ਐਗਰੀਕਲਚਰ ਦੇ ਵਿੱਚ 3 ਤਰੀਕੇ ਦੀਆਂ ਆਪਾਂ ਪੜ੍ਹੀਆਂ ਸੀ ਕਿ ਸੈਟਲਮੈਂਟਸ ਕੀਤੀਆਂ। ਪਹਿਲੀ ਪਰਮਾਨੈਂਟ ਸੈਟਲਮੈਂਟ, ਦੈਨ ਰਾਇਤਵਾਰੀ ਸੈਟਲਮੈਂਟ ਤੇ ਦੈਨ ਮਾਹਲਵਾਰੀ ਸੈਟਲਮੈਂਟ ਨੂੰ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਡਿਸਕਸ ਕੀਤਾ ਸੀ। ਇਸ ਤੋਂ ਇਲਾਵਾ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਇਹ ਵੀ ਦੇਖਿਆ ਕਿ ਡਿਵੈਲਪਮੈਂਟ ਦੇ ਵਿੱਚ 1853 ਦੇ ਵਿੱਚ ਪਹਿਲੀ ਰੇਲ ਲਾਈਨ ਹੈ ਜੋ ਸਟਾਰਟ ਕੀਤੀ ਗਈ ਸੀ। ਇਸ ਤੋਂ ਇਲਾਵਾ ਆਪਾਂ ਸੋਸ਼ਲ ਰਿਫਾਰਮਸ ਦੇ ਵਿੱਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਤੀ ਪ੍ਰਥਾ ਨੂੰ ਬੈਨ ਕੀਤਾ ਗਿਆ, ਵਿਡੋ ਰੀਮੈਰਿਜ ਐਕਟ ਪਾਸ ਕੀਤਾ ਗਿਆ, ਬੈਨ ਗਰਲ ਚਾਈਲਡ ਇਨਫੈਂਟੀਸਾਈਡ ਦੇ ਉੱਤੇ ਆਪਾਂ ਗੱਲਬਾਤ ਕੀਤੀ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ ਆਪਣੀ ਮਾਡਰਨ ਹਿਸਟਰੀ ਦੇ ਵਿੱਚ। ਸੋ ਪਹਿਲਾਂ ਆਪਾਂ ਦੇਖਿਆ ਕਿ ਬ੍ਰਿਟਿਸ਼ ਸਰਕਾਰ ਇੰਡੀਆ ਦੇ ਵਿੱਚ ਆਉਂਦੀ ਹੈ, ਉਹਦੇ ਕੀ ਉਹ ਬੈਟਲਸ ਕਰਦੀ ਹੈ, ਕੀ ਉਹ ਇੰਪੈਕਟ ਪਾਉਂਦੀ ਹੈ ਇੰਡੀਆ ਦੀ ਐਗਰੀਕਲਚਰ ਦੇ ਉੱਤੇ, ਇੰਡੀਆ ਦੀ ਡਿਵੈਲਪਮੈਂਟ ਦੇ ਉੱਤੇ, ਇਹ ਸਭ ਕੁਝ ਆਪਾਂ ਡਿਸਕਸ ਕਰ ਚੁੱਕੇ ਹਾਂ। ਹੁਣ ਦੇਖਿਆ ਕਿ ਬ੍ਰਿਟਿਸ਼ ਕਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਆਪਣਾ ਘਰ ਬਣਾ ਚੁੱਕੀ ਹੈ, ਕਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਸਟਰਗਲ ਕਰ ਰਹੀ ਹੈ, ਸਟਰਗਲ ਨਹੀਂ ਇੰਡੀਅਨਸ ਨੂੰ ਸਟਰਗਲ ਕਰਵਾ ਰਹੀ ਹੈ, ਤੇ ਇੰਡੀਆ ਦੇ ਵਿੱਚ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਹਰ ਇੱਕ ਫੀਲਡ ਦੇ ਵਿੱਚ ਉਹਨਾਂ ਨੇ ਇੰਪੈਕਟ ਪਾਉਣਾ ਸਟਾਰਟ ਕੀਤਾ। ਹੁਣ ਕਿਤੇ ਨਾ ਕਿਤੇ ਜੋ ਇੰਡੀਅਨ ਸੀ ਉਹ ਵੀ ਪੂਰੇ ਤਰੀਕੇ ਦੇ ਨਾਲ ਬ੍ਰਿਟਿਸ਼ ਸਰਕਾਰ ਤੋਂ ਫੈਡ ਅਪ ਹੋ ਚੁੱਕੇ ਸੀ। ਉਹ ਵੀ ਚਾਹੁੰਦੇ ਸੀ ਕਿ ਅਸੀਂ ਬ੍ਰਿਟਿਸ਼ਰਸ ਤੋਂ ਆਪਣਾ ਬਦਲਾ ਲਈਏ ਜਾਂ ਇਹਨਾਂ ਨੂੰ ਇੰਡੀਆ ਦੇ ਵਿੱਚੋਂ ਭਜਾ ਦਈਏ ਜਾਂ ਇੰਡੀਆ ਦੇ ਵਿੱਚੋਂ ਬਾਹਰ ਕੱਢ ਦਈਏ। ਸੋ ਜਿਹਦੇ ਲਈ ਉਹਨਾਂ ਨੇ ਬ੍ਰਿਟਿਸ਼ਰਸ ਦੀਆਂ ਐਕਟੀਵਿਟੀਜ਼ ਤੋਂ ਜਾਂ ਬ੍ਰਿਟਿਸ਼ਰਸ ਦੇ ਜੋ ਦਬਾਅ ਸੀ ਉਸ ਤੋਂ ਫੈਡ ਅਪ ਹੋ ਕੇ ਇੰਡੀਆ ਦੇ ਵਿੱਚ ਇੱਕ ਰਿਵੋਲਟ, ਇੱਕ ਇਤਿਹਾਸਿਕ, ਇੱਕ ਹਿਸਟੋਰੀਕਲ ਜੋ ਵਿਦਰੋਹ ਸੀ ਉਹ ਹੋਣਾ ਸਟਾਰਟ ਹੋਇਆ। ਕਿਹੜੇ ਸਾਲ ਦੇ ਵਿੱਚ ਸਟਾਰਟ ਹੋਇਆ? ਰਿਵੋਲਟ ਆਫ 1857, ਜਿਸ ਨੂੰ 1857 ਦਾ ਵਿਦਰੋਹ ਕਿਹਾ ਜਾਂਦਾ ਹੈ। ਇਹ ਸਟਾਰਟ ਹੁੰਦਾ 1857 ਦੇ ਵਿੱਚ ਇੰਡੀਆ ਦੇ ਵਿੱਚ। ਹੁੰਦਾ ਕਿਸ ਚੀਜ਼ ਲਈ ਸਟਾਰਟ ਹੈ ਇਹ? ਬ੍ਰਿਟਿਸ਼ਰਸ ਨੂੰ ਇੰਡੀਆ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹ ਰਿਵੋਲਟ ਸਟਾਰਟ ਕੀਤਾ ਜਾਂਦਾ ਹੈ। ਤੇ ਇਹ ਰਿਵੋਲਟ ਹੈ ਜੋ ਵਿਦਰੋਹ ਹੈ, ਇਹੀ ਕਿਹਾ ਜਾਂਦਾ ਹੈ ਕਿ ਪਹਿਲੀ ਇੰਡੀਪੈਂਡੈਂਸ ਵਾਰ ਸੀ ਇੰਡੀਆ ਦੀ, ਕਿ ਆਪਣੀ ਆਜ਼ਾਦੀ ਦੇ ਲਈ ਪਹਿਲੀ ਵਾਰ ਇੱਕ ਸਟੈਪ ਚੱਕਿਆ ਗਿਆ ਸੀ ਇੰਡੀਅਨਸ ਵੱਲੋਂ ਬ੍ਰਿਟਿਸ਼ਰਸ ਨੂੰ ਬਾਹਰ ਕੱਢਣ ਦੇ ਲਈ। ਸੋ 1857 ਦਾ ਵਿਦਰੋਹ ਦੇ ਆਪਾਂ ਕਾਰਨ ਦੇਖਾਂਗੇ, ਕੀ ਕਾਰਨ ਰਹੇ ਨੇ ਜਿਨ੍ਹਾਂ ਕਰਕੇ 1857 ਦਾ ਵਿਦਰੋਹ ਹੋਇਆ, ਉਹਦੇ ਇੰਪੈਕਟ ਕੀ ਪਏ ਇੰਡੀਆ ਦੇ ਉੱਤੇ, ਤੇ ਉਹਦੇ ਆਊਟਕਮਸ, ਉਹਦੇ ਰਿਜ਼ਲਟ ਕੀ ਨਿਕਲੇ 1857 ਦਾ ਜੋ ਵਿਦਰੋਹ ਹੋਇਆ ਸੀ ਇੰਡੀਆ ਦੇ ਵਿੱਚ। ਸੋ 1857 ਦਾ ਵਿਦਰੋਹ, ਪਹਿਲੀ ਗੱਲ ਤਾਂ ਕਾਰਨ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਆਪ ਹੀ ਆ ਜਾਂਦਾ ਹੈ
कि ब्रिटिशर्स ने इन्ना कुछ ज़्यादा जुल्म करना स्टार्ट करता सी इंडियंस के उत्ते कि पूरे तरीके दे नाल फ्रस्ट्रेट पूरे तरीके दे नाल फैडअप हो चुके सी ब्रिटिश ईस्ट इंडिया कंपनी तो ते इन ब्रिटिश ईस्ट इंडिया कंपनी नूं इंडिया तो बाहर कड्ढण दे लई उन्हां ने सब तो पहला स्टैप चुक्या सी 1857 दा विद्रोह। सो 1857 ਦੇ ਵਿਦਰੋਹ ਦੀ ਗੱਲ ਕਰੀਏ ਤਾਂ ਉਹਦੇ ਡਿਫਰੈਂਟ ਕਾਰਨ ਰਹੇ ਨੇ। ਕੁਝ ਉਹਦੇ ਐਡਮਿਨਿਸਟ੍ਰੇਟ ਪੋਲੀਟੀਕਲ ਕਾਰਨ ਰਹੇ ਨੇ, ਰਾਜਨੀਤਿਕ ਕਾਰਨ। ਹੁਣ ਇਹਨਾਂ ਦੇ ਪੋਲੀਟੀਕਲ ਕਾਰਨ ਕਿਸ ਤਰੀਕੇ ਦੇ ਰਹੇ ਹੋ ਸਕਦੇ ਨੇ, ਕੀ ਐਸਾ ਹੋਇਆ ਸੀ, ਕਿਹੜੇ ਰਾਜਨੀਤਿਕ ਕਾਰਨ ਹੋਏ ਸੀ ਜਿਨ੍ਹਾਂ ਕਰਕੇ ਇੰਡੀਅਨਸ ਨੇ 1857 ਦਾ ਵਿਦਰੋਹ ਕਰਨਾ ਸਟਾਰਟ ਕੀਤਾ ਸੀ। अगर पॉलिटिकल कॉसेस की या राजनीतिक कारण की गल की जाए तो तुहानूं पता होएगा कि ब्रिटिश ईस्ट इंडिया कंपनी ने इंडिया दी सारियां ही प्रोविंसेस नूं या तुसीं कह लो स्टेट नूं अनैक्स करना स्टार्ट करता सी। ठीक है जी, पूरे तरीके दे नाल उन्हां ने एक्सपेंशन करने स्टार्ट करती सी ब्रिटिश ईस्ट इंडिया कंपनी दी इंडिया दे विच। सैकेंड पॉलिटिकल कारण जदों पुछया जांदा है तां साडे दिमाग दे विच आउंदा है डॉक्ट्राइन लेप्से रूल। ये आपां लास्ट लैक्चर दे विच कीता सी। डॉक्ट्राइन लैप्स रूल स्टार्ट कीता सी किसने कीता सी? लॉर्ड डहलौजी ने 1857 दे विच 1856 दे विच जो अपना डॉक्ट्राइन लैप्से रूल स्टार्ट कीता सी किसने कीता सी? लॉर्ड डहलौजी ने कीता सी। ये डॉक्ट्राइन लैप्स रूल हुंदा की सी कि किसी भी राजे का अगर बायोलॉजिकल सन नहीं है तो उसका सारा राज बाट जो भी उहदा राज घराना सी जो उहदी प्रजा सी वो ब्रिटिश ईस्ट इंडिया कंपनी के अंडर ऑटोमैटिकली आ जाती सी। जिसकी फॉर एग्जाम्पल आप झांसी की जो प्रोविंस सी वो भी किन्ना दे अंडर आ गई सी? ब्रिटिश ईस्ट इंडिया कंपनी के अंडर आई सी डॉक्ट्राइन लैप्स रूल के अंडर। सो ये भी एक पॉलिटिकल कारण मन्निया जाता है कि ये भी लोगों नूं इस कारण करके भी एक लोगों के अंदर ये जज्बा आया सी कि असीं ब्रिटिशर्स के अगेंस्ट कोई विद्रोह करना है। सो ये राजनीतिक कारण ने पहला ब्रिटिश ईस्ट इंडिया कंपनी ने स्टेट्स नूं एनैक्स करना शुरू किया सी, डॉक्ट्राइन लैप्से रूल स्टार्ट किया सी। इस तो इलावा उन्होंने 1856 दे विच अवध नूं भी एनैक्स किया सी। 1856 दे विच जिहड़ी उन्हां दी लास्ट प्रोविंस जिहड़ी उन्होंने एनैक्स की सी, लास्ट प्रोविंस दे उत्ते जिहड़ा उन्होंने कब्जा किया सी 1856 दे विच अवध दे उत्ते कीता सी। ते इह भी एक पॉलिटिकल राजनीतिक कारण बनिया कि इन्हां ने पूरे तरीके दे नाल इंडिया दे उत्ते कब्जा कर लिया सी, जिहदे करके लोग पूरे तरीके दे नाल इन्हां दे खिलाफ जां इन्हां दे खिलाफ भड़क चुके सन। सो ये तां जिन्ने पॉलिटिकल कारण। इस तो इलावा अगर एडमिनिस्ट्रेटिव कारण की गल करिए, एडमिनिस्ट्रेटिव कॉसेस किहड़े रहे सी जिन्हां करके ब्रिटिश ईस्ट इंडिया कंपनी के अगेंस्ट ये वाला रिवॉल्ट स्टार्ट किया गया सी। सो जो इंडिया की अगर आप मोटे मोटे कारण देखिए, एडमिनिस्ट्रेटिव कारण पहला देखिए तो यही हो सकता है कि इंडिया दे विच जिहड़ा इंडिया की गवर्नमेंट सी, ठीक है, इंडिया दे लई जो एडमिनिस्ट्रेशन बनाई गई सी उहदे विच इंडियंस भी नो नहीं सी बोल सकते। ठीक है, किसी तरीके की उन्होंने आज़ादी नहीं सी कि वो अपनी ही एडमिनिस्ट्रेशन दे विच बोल सकन, ना ही उन्होंने अपर रैंक दिते जाते सी। ठीक है, किसी तरीके का कोई अपर रैंक नहीं सी दिता जाता। अगर कोई भी इंडियन मिलिटरी दे विच भर्ती हुंदा सी तां उसनूं जस्ट एक सिपाही दी जो पोस्ट सी जिस दे उत्ते रिक्रूट किया जाता सी, उस तो उत्ते दा कोई भी रैंक उन्होंने नहीं सी दिता जाता। इस तो इलावा एडमिनिस्ट्रेटिव कॉसेस दे विच अवध दी एनैक्सेशन भी एडमिनिस्ट्रेटिव कॉसेस दे विच आ जाती है। सो ये ने जी साडे एडमिनिस्ट्रेटिव कारण जिन्हां करके 1857 दे रिवॉल्ट ने जन्म लिया। इस तो इलावा अगर इकनॉमिकल कारण की गल की जाए कि इकनॉमिकल कारण किहड़े रहे सी जिन्हां करके 1857 दा रिवॉल्ट होया सी। अगर इकनॉमिकल कारण की गल की जाए तां इंडिया दे जो पीसेंट सन, जो फार्मर सन, वो की सन हाई टैक्स तो जो हाई टैक्स कलैक्ट किया जाता सी ब्रिटिशर्स दे वल्लों उसके नीचे पूरे तरीके दे नाल दब चुके सन। ठीक है, हाई टैक्स या हाई रेवेन्यू जो कलैक्ट किया जाता सी ब्रिटिश ईस्ट इंडिया कंपनी दे वल्लों उस डेट करके या उस रेवेन्यू या उस टैक्स करके जो इंडिया के पीसेंट सन वो हाई डेट के नीचे दब चुके सन ब्रिटिश ईस्ट इंडिया वल्लों जुल्म सह के। ठीक है, सो एक इकनॉमिकल कारण रहा है। इस तो इलावा जो लैंड रेंट ते दिती जाती सी उहदा पैसा बहुत ज़्यादा डिमांड की जाती सी ब्रिटिश ईस्ट इंडिया कंपनी तो। अगर आप सोशल ते रिलीजियस कॉसेस की गल करिए कि सोशल
ਜਾਂ ਰਿਲੀਜੀਅਸ ਕਾਰਨ ਕਿਹੜੇ ਰਹੇ ਨੇ। ਅਗਰ ਆਪਾਂ ਮੋਟੇ-ਮੋਟੇ ਸੋਸ਼ਲ ਕਾਰਨ ਹੀ ਦੇਖ ਲਈਏ, ਦੇਖੋ ਬੇਸ਼ੱਕ ਉਹ ਸੋਸ਼ਲ ਰਿਫਾਰਮਸ ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਸਾਡੇ ਚੰਗੇ ਲਈ ਹੀ ਕੀਤੀਆਂ ਸੀ, ਜਿਵੇਂ ਸਤੀ ਪ੍ਰਥਾ ਨੂੰ ਖਤਮ ਕਰਤਾ, ਜਾਂ ਵਿਡੋ ਰੀਮੈਰਿਜ ਐਕਟ ਨੂੰ ਪਾਸ ਕਰਤਾ, ਜਾਂ ਸਲੇਵਰੀ ਸਿਸਟਮ ਨੂੰ ਖਤਮ ਕੀਤਾ। ਇਹ ਸਾਰੀਆਂ ਸੋਸ਼ਲ ਰਿਫਾਰਮ ਸੀ, ਬੇਸ਼ੱਕ ਉਹਨਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਚੰਗੇ ਲਈ ਹੀ ਕੀਤੀਆਂ ਸੀ, ਬਟ ਇੰਡੀਅਨਸ ਨੂੰ ਇਹ ਵੀ ਖਰਾਬ ਲੱਗਦੀਆਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹ ਸਾਡੇ ਸੋਸ਼ਲ ਰਿਫਾਰਮਸ ਕਰਕੇ ਸਾਡੇ ਅੰਦਰ ਜਾਂ ਸਾਡੀ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਕਰ ਰਹੇ ਨੇ। ਸੋ ਜਿਹੜੀਆਂ ਸੋਸ਼ਲ ਰਿਫਾਰਮਸ ਕੀਤੀਆਂ ਗਈਆਂ ਸਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵੱਲੋਂ, ਉਹਨਾਂ ਨੂੰ ਵੀ ਇੱਕ ਕਾਰਨ ਮੰਨਿਆ ਜਾਂਦਾ ਸੀ ਕਿ ਉਹ ਸਾਡੀ ਪਰਸਨਲ ਲਾਈਫ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੰਟਰਫੇਅਰ ਕਰ ਰਹੀ ਹੈ। ਸੋ ਅਗਰ ਰਿਲੀਜੀਅਸ ਕਾਰਨ ਦੀ ਗੱਲ ਕੀਤੀ ਜਾਵੇ, ਰਿਲੀਜੀਅਸ ਕਾਰਨ ਕੀ ਸੀ? ਹੁਣ ਇਹਨਾਂ ਨੇ ਇੰਡੀਆ ਦੇ ਬਾਕੀ ਧਰਮਾਂ ਨੂੰ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਇੰਡੀਆ ਦੇ ਬਾਕੀ ਧਰਮਾਂ ਨੂੰ ਦਬਾਉਣਾ ਸਟਾਰਟ ਕਰ ਦਿੱਤਾ ਸੀ, ਤੇ ਕ੍ਰਿਸਚਨ ਧਰਮ ਦਾ ਵੱਧ ਤੋਂ ਵੱਧ ਕੀ ਕਰਨਾ, ਉਹਦਾ ਫੈਲਾਅ ਕਰਨਾ, ਜਾਂ ਕ੍ਰਿਸਚਨ ਧਰਮ ਨੂੰ ਉੱਪਰ ਚੱਕਣਾ ਸਟਾਰਟ ਕਰਤਾ ਸੀ। ਇਸ ਤੋਂ ਇਲਾਵਾ ਇੱਕ ਰਿਲੀਜੀਅਸ ਡਿਸਇਨਫੈਕਟਿਸ ਕੋਈ ਐਕਟ ਪਾਸ ਕੀਤਾ ਗਿਆ ਸੀ, ਰਿਲੀਜੀਅਸ ਐਕਟ ਉਹਨਾਂ ਨੇ ਪਾਸ ਕੀਤਾ ਸੀ, ਤੇ ਉਹਦੇ ਵਿੱਚ ਕੀ ਕਿਹਾ ਗਿਆ ਸੀ ਕਿ ਅਗਰ ਕੋਈ ਵੀ ਇੰਡੀਅਨ ਆਪਣੀ ਮਰਜ਼ੀ ਦੇ ਨਾਲ, ਜਾਂ ਜੋ ਵੀ ਹੈ, ਅਗਰ ਕੋਈ ਵੀ ਇੰਡੀਆ ਦਾ ਬੰਦਾ ਅਗਰ ਆਪਣਾ ਰਿਲੀਜਨ ਬਦਲਦਾ ਹੈ, ਕ੍ਰਿਸਚਨ ਧਰਮ ਨੂੰ ਅਪਣਾਉਂਦਾ ਹੈ, ਤਾਂ ਉਸਦੇ ਘਰ ਦੇ ਉਸਨੂੰ ਬੇਦਖਲ ਨਹੀਂ ਕਰ ਸਕਦੇ, ਉਹਦੀ ਪ੍ਰਾਪਰਟੀ ਉਸਦੀ ਹੀ ਰਹੇਗੀ। ਅਗਰ ਕੋਈ ਵੀ ਇਨਸਾਨ ਕ੍ਰਿਸਚਨ ਧਰਮ ਨੂੰ ਅਪਣਾਉਂਦਾ ਹੈ ਤਾਂ ਉਹਦੀ ਪ੍ਰਾਪਰਟੀ ਦੇ ਉੱਤੇ ਕੋਈ ਵੀ ਹੋਰ ਮਾਲਕੀ ਨਹੀਂ ਜ਼ਾਹਰ ਕਰ ਸਕਦਾ। ਸੋ ਇਸ ਤੋਂ ਇਲਾਵਾ ਮਿਲਟਰੀ ਕੋਰਸਿਸ ਤਾਂ ਤੁਹਾਨੂੰ ਪਤਾ ਹੀ ਹੈ, ਤਾਂ ਇਹ ਕੀ ਕਰਦੇ ਸਨ, ਜਦੋਂ ਮਿਲਟਰੀ ਦੇ ਵਿੱਚ ਇੰਡੀਅਨਸ ਦੀ ਰਿਕਰੂਟਮੈਂਟ ਕਰਦੇ ਸਨ, ਇੰਡੀਅਨਸ ਨੂੰ ਭਰਤੀ ਕਰਦੇ ਸਨ, ਤਾਂ ਸਿਰਫ ਹਾਈ ਕਲਾਸ ਦੇ ਲੋਕਾਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਡਬਲ ਪੇ ਨਹੀਂ ਸੀ ਦਿੱਤੀ ਜਾਂਦੀ। ਅਗਰ ਉਹਨਾਂ ਨੂੰ ਇੰਡੀਆ ਤੋਂ ਬਾਹਰ ਕਿਤੇ ਲੜਨ ਦੇ ਲਈ ਭੇਜਿਆ ਜਾਂਦਾ ਸੀ ਤਾਂ ਉਹਨਾਂ ਨੂੰ ਸਿਰਫ ਇੱਕ ਹੀ ਪੇ ਦਿੱਤੀ ਜਾਂਦੀ ਸੀ, ਜੋ ਥੋੜੇ ਜਿਹੇ ਪੈਸੇ ਸੀ ਉਹਨਾਂ ਨੂੰ ਯੂਨੀਫਾਰਮ ਕੀ ਕਰਤੀ ਸੀ, ਕੰਪਲਸਰੀ ਕਰਤੀ ਸੀ। ਸੋ ਇਹੀ ਪੋਲੀਟੀਕਲ, ਐਡਮਿਨਿਸਟ੍ਰੇਟਿਵ, ਇਕਨੋਮਿਕਲ, ਸੋਸ਼ਲ ਐਂਡ ਮਿਲਟਰੀ ਕਾਰਨ ਰਹੇ ਨੇ, ਜਿਨ੍ਹਾਂ ਕਰਕੇ ਇੰਡੀਆ ਦੇ ਵਿੱਚ 1857 ਨੇ ਕੀ ਲਿਆ ਸੀ, ਜਨਮ ਲਿਆ ਸੀ। ਹੁਣ ਅਗਰ ਗੱਲ ਕੀਤੀ ਜਾਵੇ 1857 ਦਾ ਜੋ ਰਿਵੋਲਟ ਸੀ, ਇਹ ਸਟਾਰਟ ਕਿੱਥੇ ਹੋਇਆ ਸੀ ਤੇ ਕਿੱਥੋਂ ਇਸਨੇ ਜਨਮ ਲਿਆ ਸੀ? ਅਗਰ 1857 ਦੇ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਨ ਪੜ੍ਹ ਚੁੱਕੇ ਹਾਂ। ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਾਰਨ ਸੀ ਪੋਲੀਟੀਕਲ ਕਾਸਿਸ, ਜੋ ਆਪਾਂ ਡਿਸਕਸ ਕਰ ਚੁੱਕੇ ਹਾਂ। ਡਾਕਟਰ ਲੈਪਸੇ ਰੂਲ, ਇੰਡੀਆ ਨੂੰ ਅਨੈਕਸ ਕਰਨਾ, ਇਹ ਪੋਲੀਟੀਕਲ ਕਾਰਨ ਰਹੇ ਨੇ। ਸੋਸ਼ਲ ਤੇ ਰਿਲੀਜੀਅਸ ਕਾਰਨ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਸੋਸ਼ਲ, ਜੋ ਉਹਨਾਂ ਨੇ ਸੋਸ਼ਲ ਰਿਫਾਰਮਸ ਕੀਤੀਆਂ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ, ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ, ਜਾਂ ਰਿਲੀਜੀਅਸ ਕ੍ਰਿਸਚਨ ਧਰਮ ਨੂੰ ਉਹਨਾਂ ਨੇ ਉੱਪਰ ਚੱਕਣਾ ਸਟਾਰਟ ਕਰਤਾ ਸੀ। ਇਸ ਤੋਂ ਇਲਾਵਾ ਇਕਨੋਮਿਕਲ ਕਾਰਨ ਕਿ ਜੋ ਇੰਡੀਆ ਦੇ ਫਾਰਮਰ ਸਨ ਜਾਂ ਪੀਸੈਂਟ ਸਨ, ਉਹ ਪੂਰੇ ਤਰੀਕੇ ਦੇ ਨਾਲ ਕੀ ਹੋ ਗਏ ਸਨ, ਹਾਈ ਰੈਵਨਿਊ, ਹਾਈ ਟੈਕਸ ਦੇ ਥੱਲੇ ਦਬ ਚੁੱਕੇ ਸਨ। ਉਹਨਾਂ ਨੂੰ ਉਹਦੇ ਲਈ ਕਰਜ਼ਾ ਲੈਣਾ ਪੈਂਦਾ ਸੀ, ਜਿਹਦੇ ਕਰਕੇ ਉੱਪਰ ਨਹੀਂ ਸੀ ਉੱਠ ਜਾ ਸਕਦੇ। ਇਸ ਤੋਂ ਇਲਾਵਾ ਨੈਕਸਟ ਆ ਜਾਂਦਾ ਹੈ, ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਵੈਰੀ ਇੰਪੋਰਟੈਂਟ ਹੈ, ਕਿ 1857 ਦੇ ਰਿਵੋਲਟ ਦਾ ਜਾਂ 1857 ਦੇ ਵਿਦਰੋਹ ਦਾ ਇਮੀਡੀਏਟ ਕਾਰਨ ਕੀ ਰਿਹਾ? ਇਮੀਡੀਏਟਲੀ ਐਸਾ ਕੀ ਹੋਇਆ ਕਿ 1857 ਦਾ ਰਿਵੋਲਟ ਸਟਾਰਟ ਕਰਨਾ ਪਿਆ ਸੀ? ਹੁੰਦਾ ਕੀ ਹੈ, ਇੰਟਰੋਡਕਸ਼ਨ। ਸੋ ਇਸ ਛੋਟੇ ਜਿਹੇ ਕੁਐਸਚਨ ਦਾ ਛੋਟਾ ਜਿਹਾ ਆਨਸਰ ਹੈ, ਬਟ ਬਹੁਤ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਕਿ 1857 ਦੇ ਰਿਵੋਲਟ ਦਾ ਇਮੀਡੀਏਟ ਕਾਰਨ ਕੀ ਰਿਹਾ? ਸੋ ਇਹਦਾ ਕਾਰਨ ਰਿਹਾ ਇੰਟਰੋਡਕਸ਼ਨ ਆਫ ਇਨਫਾਈਲਡ ਰਾਈਫਲਸ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਏਗਾ ਕਿ ਦੇਖੋ ਕਹਿੰਦੇ ਬਿਫੋਰ ਲੋਡਿੰਗ ਦਿਸ ਰਾਈਫਲ ਦ ਸਪਾਇਸ ਹੈਡ ਬਾਈਟ ਆਫ ਦਾ ਪੇਪਰ ਔਨ ਦਾ ਕੱਟ। ਸੋ ਇਹਦੇ ਤੋਂ ਪਹਿਲਾਂ ਤੁਸੀਂ ਦੇਖੋਗੇ ਕਹਿੰਦੇ ਰਿਵੋਲਟ ਆਫ 1857 ਇਵੈਂਚੁਅਲੀ ਬ੍ਰੋਕ ਆਊਟ ਓਵਰ ਦਾ ਇਨਸੀਡੈਂਟ ਆਫ ਗ੍ਰੀਸਡ ਕਾਰਟਿਜਸ। ਸੋ ਗ੍ਰੀਸ ਦੇ ਜੋ ਬਣੇ ਹੋਏ ਵੈਪਨ ਸੀ, ਜਾਂ ਇਸ ਨੂੰ ਕੀ ਕਹਿ ਦਿੰਦੇ ਨੇ, ਇਨਫਾਈਲਡ ਰਾਈਫਲਸ। ਠੀਕ ਹੈ, ਇਹ ਇਨਫਾਈਲਡ ਰਾਈਫਲਸ ਹੈ ਕੀ ਸੀ? ਕਿ ਇਹ ਐਸੇ ਕਾਰਤੂਸ ਉਹਨਾਂ ਨੇ ਇੰਟਰੋਡਿਊਸ ਕੀਤੇ ਸੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਮਿਲਟਰੀ ਦੇ ਵਿੱਚ ਕੁਝ ਐਸੇ ਕਾਰਤੂਸ ਇੰਟਰੋਡਿਊਸ ਕੀਤੇ ਸੀ, ਜਿਨ੍ਹਾਂ ਨੂੰ ਚਲਾਉਣ ਦੇ ਲਈ ਪਹਿਲਾਂ ਉਸਨੂੰ ਮੂੰਹ ਦੇ ਨਾਲ ਕੀ ਕਰਨਾ ਪੈਂਦਾ ਸੀ, ਖੋਲ੍ਹਣਾ ਪੈਂਦਾ ਸੀ। ਜਦੋਂ ਉਸਨੂੰ ਮੂੰਹ ਦੇ ਨਾਲ ਖੋਲ੍ਹਣਾ ਪੈਂਦਾ ਸੀ ਤਾਂ ਇਹਦੇ ਪਿੱਛੇ ਰੀਜ਼ਨ ਕੀ ਸੀ ਕਿ ਉਸ ਕਾਰਤੂਸ ਦੇ ਉੱਤੇ
जो चमड़ी लगी हुई सी वो किसदी सी? वो सी सूर ते गां दे मांस दी। ठीक है, सो ਉਹਦੇ ਉੱਤੇ जो जिसनों खोलना पैंदा सी मूँह दे नाल ਉਹਦੇ ਉੱਤੇ सूर पिग ते जो गां सी उसदे मांस दी की लगी हुई सी? चिप लगी हुई सी, ਜਾਂ ਤੁਸੀਂ ਕਹਿ ਦੋ कि उसदे बने हुए सन, ਜਿਹਦੇ ਕਰਕੇ हिंदू ते मुस्लिम्स दोनों दे ही रिलीजियस सेंटीमेंट्स नूं की लगी सी? एक तरीके दी चोट लगी सी कि वो दोनों देखो पिग की पूजा की जाती है मुस्लिम्स दे विच ते गां की पूजा की जाती है हिंदूस दे विच। सो इस करके उन्हां दे जो रिलीजियस सेंटीमेंट सी उन्हां नूं हर्ट कीता सी ब्रिटिश ईस्ट इंडिया कंपनी ने। सो यही एक इमीडिएट कारण रहिंदा है जिहदे करके 1857 का विद्रोह स्टार्ट हुंदा है कित्थे? इंडिया दे विच। हुण नैक्सट आ जांदा है कि 1857 का रिवोल्ट कित्थों किवें स्टार्ट होया। सो ये जो इंट्रोड्यूस किए गए सी राइफल से वालियां कारतूस इंट्रोड्यूस किए गए सी आर्मी दे विच, तो उदों एक मंगल पांडे सी जिसने इन्हां नूं चलाउण दे लई मना करता सी। ते मंगल पांडे दे बारे आपां देख लैंदे हां। सो इत्थे देखदे हां कि इट वाज द फर्स्ट एक्सप्रैशन ऑफ द ऑर्गेनाइज्ड रेसिस्टेंस अगेंस्ट द ब्रिटिश ईस्ट इंडिया कंपनी के 1857 का जो विद्रोह सी ये पहला स्टैप सी ब्रिटिशर्स नूं इंडिया दे विचों कड्ढण दे लई। It began as a revolt of spies of British East India Company's army, but eventually secured the participation of the masses। कहंदे पहला तो एक स्पाई म्यूटनी दे तरीके नाल इहनूं स्टार्ट किया गया सी। आफ्टर दैट एक तरीके दा पूरे लोगों ने इहदे विच पार्टिसिपेट, एक तरीके दा मास रेवोल्यूशन बन गया सी कि इंडिया दे सारे लोगों ने इस दे विच हिस्सा लेना स्टार्ट किया सी। कहते द रिवोल्ट इज नॉन एज सैवरल नेम्स। ये एग्जाम के पूछा जाता है कि जो विद्रोह सी, देखो मैं तुहानूं दसांगी कि कित्थों स्टार्ट होया, अगे डिस्कस करते हैं। पहले रिवोल्ट बारे मोटा मोटा देख लैंदे कि इस विद्रोह नूं अलग अलग लोगों ने अलग अलग नेम दिता सी। एग्जाम पॉइंट ऑफ व्यू नाल इंपॉर्टेंट है। कुछ लोगों ने इसनूं स्पाई म्यूटनी कहा सी बाय द ब्रिटिश हिस्टोरीयंस। कहते बहुत सारे ब्रिटिशर्स दे इतिहासकार होए ने जिन्हों ने कहा सी कि जो रिवोल्ट है 1857 का वो एक तरीके की स्पाई म्यूटनी है। कुछ लोगों ने बस एक एवं ही विद्रोह करता, कुछ लोगों ने कहा कि यह इंडियन म्यूटनी है। ठीक है, तो कुछ ने कहा कि एक ग्रेट रिबेलियन है, बहुत बड़ा विद्रोह है। ये इंडिया के हिस्टोरीयन, इंडिया के इतिहासकारों ने कहा कि जो 1857 का विद्रोह है ये बहुत बड़ा विद्रोह है। इस तो इलावा इसनूं 1857 के विद्रोह दो नाम के नाल जानिया जाता है। हुण एग्जाम पॉइंट ऑफ व्यू नाल सब तो इंपॉर्टेंट की है जो बहुत बार एग्जाम दे विच पूछा गया है कि 1857 के रिवोल्ट नूं द फर्स्ट वॉर ऑफ इंडिपेंडेंस किसके द्वारा कहा गया सी। बहुत बार एग्जाम दे विच पूछा गया है कि 1857 के रिवोल्ट नूं फर्स्ट वॉर ऑफ इंडिपेंडेंस किसने कहा सी, ते ये कहा सी वीडी सरवारकर ने। ठीक है, एग्जाम दे विच बहुत बार पूछा गया है, फरदर पूछा जा सकता है कि 1857 के रिवोल्ट नूं फर्स्ट इंडिपेंडेंस वॉर किसके द्वारा डिक्लेयर किया गया सी, तां तुहाडा आंसर होएगा वीडी सरवारकर जी ने इसनूं फर्स्ट इंडिपेंडेंस ऑफ वॉर कहा सी। हुण आपां गल कीती सी कि यह जो इमीडिएट कारण होया सी इहदे करके यह जो रिवोल्ट सी यह होना स्टार्ट हो गया सी। उस समय मंगल पांडे नाम का एक आर्मी दे विच इंडियन भर्ती होया सी जिसने इन्हां राइफल्स नूं यूज करन तो मना करता सी, तो उसने ये रिवोल्ट की कीता सी स्टार्ट किया सी। कहंदे इन 1857 मंगल पांडे अ स्पाई बारकपुर तो सी। ठीक है, बारकपुर तो सी मंगल पांडे नाम का एक स्पाई सी। तो 18 कहते मार्च 1857 की गल है कि जो मंगल पांडे सी स्पाई भर्ती होया सी ब्रिटिश आर्मी दे विच, ते उन्हें की कीता सी रिफ्यूज करता सी इन्हां कारतूसां नूं कि मैं इन्हां कारतूसां नूं यूज नहीं करांगा। जिस करके की होया कहंदे ही वॉज हैंग टू डेथ 8 अप्रैल। जदों मंगल पांडे ने इस चीज़ नूं रिफ्यूज किया कि मैं इन्हां कारतूसां दी वरतों नहीं करांगा, तब मंगल पांडे नूं 8 अप्रैल नूं की कर दिता गया, फांसी की सज़ा सुना दी गई थी, उसनूं फांसी के उत्ते लटका दिता गया। बट एक्चुअल दे विच अगर पूछा जाए एग्जाम दे विच कि एक्चुअली जो 1857 का रिवोल्ट सी ये स्टार्ट कदों होया सी, शुरू कदों होया सी, तो तुहानूं याद होना चाहिए कि यह
10 ਮਈ 1857 ਨੂੰ ਮੇਰठ ਤੋਂ ਸਟਾਰਟ ਹੋਇਆ ਸੀ। ਠੀਕ ਹੈ ਜੀ, ਮੇਰठ ਤੋਂ ਸਟਾਰਟ ਹੋਇਆ ਸੀ। ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਐਕਚੁਅਲੀ ਦੇਖੋ ਮੰਗਲ ਪਾਂਡੇ ਦੀ ਸਟੋਰੀ ਸਭ ਨੂੰ ਪਤਾ ਹੈ, ਤਾਂ ਸਾਰੇ ਲੋਕ ਬੱਚੇ ਕਹਿ ਦਿੰਦੇ ਕਿ ਮਾਰਚ ਦੇ ਵਿੱਚ ਸਟਾਰਟ ਹੋਇਆ ਸੀ। ਬਟ ਜਦੋਂ ਤੁਹਾਨੂੰ ਪੁੱਛਿਆ ਜਾਵੇ ਕਿ 1857 ਦਾ ਜੋ ਵਿਦਰੋਹ ਸੀ ਇਹ ਐਕਚੁਅਲੀ ਸਟਾਰਟ ਕਦੋਂ ਹੋਇਆ ਸੀ, ਤਾਂ ਤੁਹਾਡਾ ਆਨਸਰ ਹੋਏਗਾ ਕਿ ਇਹ ਰਿਵੋਲਟ 10 ਮਈ 1857 ਨੂੰ ਮੇਰਠ ਤੋਂ ਇਹ ਸਟਾਰਟ ਕੀਤਾ ਗਿਆ ਸੀ। ਠੀਕ ਹੈ ਜੀ, ਮੇਰਠ ਤੋਂ ਜਿੰਨੇ ਸਪੋਏ ਸੀ ਇਹ ਸਾਰੇ ਇਕੱਠੇ ਹੋ ਕੇ ਕਿੱਥੇ ਜਾਂਦੇ ਨੇ, ਇਹ ਦਿੱਲੀ ਦੇ ਵਿੱਚ ਜਾਂਦੇ ਨੇ, ਦਿੱਲੀ ਦੇ ਵਿੱਚ ਜਾਂਦੇ ਨੇ। ਜੋ ਵੀ ਸੋ ਇਹ ਜੋ ਰਿਵੋਲਟ ਸੀ ਸਟਾਰਟ ਕਿਤੋਂ ਹੁੰਦਾ, ਮੇਰਠ ਤੋਂ ਸਟਾਰਟ ਹੁੰਦਾ ਹੈ, ਤੇ ਜਿੰਨੇ ਸਪੋਏ ਇਕੱਠੇ ਹੋ ਕੇ ਆਰਮੀ ਜੋ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਏ ਸੀ ਸਪੋਏ, ਇਹ ਸਾਰੇ ਇਕੱਠੇ ਹੋ ਕੇ ਕਿੱਥੇ ਜਾਂਦੇ ਨੇ, ਮੇਰਠ ਤੋਂ ਦਿੱਲੀ ਦੇ ਵਿੱਚ ਜਾਂਦੇ ਨੇ। ਤੇ ਦਿੱਲੀ ਜਾ ਕੇ ਇਹ ਬਹਾਦਰ ਸ਼ਾਹ ਜ਼ਫਰ, ਠੀਕ ਹੈ ਜੀ, ਬਹਾਦਰ ਸ਼ਾਹ ਜ਼ਫਰ ਜੋ ਸੈਕਿੰਡ ਮੁਗਲ ਇੰਪਾਇਰ ਸੀ ਉਸਨੂੰ ਜਾ ਕੇ ਰਿਕੁਐਸਟ ਕਰਦੇ ਨੇ ਕਿ ਤੁਸੀਂ ਸਾਨੂੰ ਲੀਡ ਕਰੋ। ਐਕਚੁਅਲ ਦੇ ਵਿੱਚ ਇਹਦੇ ਵਿੱਚ ਕਾਰਨ ਕੀ ਸੀ ਕਿ ਬਹਾਦਰ ਸ਼ਾਹ ਜ਼ਫਰ ਨੂੰ ਇਸ ਰਿਵੋਲਟ ਦਾ ਜਾਂ ਇਸ ਵਿਦਰੋਹ ਦਾ ਮੇਨ ਲੀਡਰ ਬਣਾਇਆ ਗਿਆ ਸੀ। ਜਾਂ ਤੁਸੀਂ ਇਹ ਕਹਿ ਲਓ ਕਿ ਇਸ ਨੂੰ ਨੋਮੀਨਲ ਹੈਡ ਕਿਉਂ ਬਣਾਇਆ ਗਿਆ ਸੀ, ਇਹਦੀ ਰਿਕੁਐਸਟ ਕਿਉਂ ਕੀਤੀ ਸੀ ਸਭ ਸਪੋਏ ਨੇ ਕਿ ਤੁਸੀਂ ਸਾਡੇ ਲੀਡਰ ਬਣੋ ਜਾਂ ਸਾਡੇ ਹੈਡ ਬਣੋ, ਇੱਕ ਨੋਮੀਨਲ ਹੈਡ ਬਣੋ। ਰੀਜ਼ਨ ਇਹ ਸੀ ਕਿ ਬਹਾਦਰ ਸ਼ਾਹ ਜ਼ਫਰ ਸੈਕਿੰਡ ਲਾਸਟ ਮੁਗਲ ਇੰਪਾਇਰ ਸੀ ਤੇ ਜਿਹਦੀ ਇੰਡੀਆ ਦੇ ਵਿੱਚ ਇੱਕ ਰਿਸਪੈਕਟ ਸੀ। ਬਾਕੀ ਸਾਰੇ ਦੇ ਸਾਰੇ ਜਿਹੜੇ ਕਿੰਗ ਸੀ ਇੰਡੀਆ ਦੇ ਉਹ ਬਹਾਦਰ ਸ਼ਾਹ ਜ਼ਫਰ ਦੀ ਕੀ ਕਰਦੇ ਸਨ, ਰਿਸਪੈਕਟ ਕਰਦੇ ਸਨ। ਤਾਂ ਲੋਕ ਸਪੋਇਸ ਨੂੰ ਇਸ ਚੀਜ਼ ਦਾ ਪਤਾ ਸੀ ਕਿ ਅਗਰ ਬਹਾਦਰ ਸ਼ਾਹ ਜ਼ਫਰ ਬਾਕੀ ਰਾਜਿਆਂ ਨੂੰ ਕਹੇਗਾ ਕਿ ਇਸ ਰਿਵੋਲਟ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤਾਂ ਸਾਰੇ ਬਾਕੀ ਕਿੰਗ ਜਾਂ ਸਾਰੇ ਇੰਡੀਆ ਦੇ ਬਾਕੀ ਰਾਜੇ ਬਹਾਦਰ ਸ਼ਾਹ ਜ਼ਫਰ ਦੇ ਕੀ ਕਰਦੇ ਨੇ, ਰਿਸਪੈਕਟ ਕਰਦੇ ਨੇ। ਸੋ ਇਸ ਦੇ ਨਾਮ ਨਾਲ ਉਹ ਵੀ ਇਸ ਰਿਵੋਲਟ ਦੇ ਵਿੱਚ ਕੀ ਕਰਨਗੇ, ਪਾਰਟਿਸਿਪੇਟ ਕਰਨਗੇ ਜਾਂ ਇਸ ਦੇ ਵਿੱਚ ਸਾਡੇ ਨਾਲ ਮਿਲ ਕੇ ਚੱਲਣਗੇ। ਸੋ ਇਹੀ ਕਾਰਨ ਰਿਹਾ ਸੀ ਕਿ ਬਹਾਦਰ ਸ਼ਾਹ ਜ਼ਫਰ ਨੂੰ ਹੈਡ ਬਣਾਇਆ ਗਿਆ ਸੀ 1857 ਦੇ ਵਿਦਰੋਹ ਦਾ। ਬਟ ਬਹਾਦਰ ਸ਼ਾਹ ਜ਼ਫਰ ਵਾਸ ਅ ਨੋਮੀਨਲ ਹੈਡ। ਠੀਕ ਹੈ ਜੀ, ਬਹਾਦਰ ਸ਼ਾਹ ਜ਼ਫਰ ਕੀ ਸੀ, ਇੱਕ ਨੋਮੀਨਲ ਹੈਡ ਸੀ 1857 ਦੇ ਰਿਵੋਲਟ ਦਾ। ਹੁਣ ਐਗਜ਼ਾਮੀਨਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਦਾ ਹੂ ਵਾਸ ਐਕਚੁਅਲ ਹੈਡ ਆਫ 1857 ਦੇ ਰਿਵੋਲਟ ਦਾ। ਪੁੱਛਿਆ ਜਾਂਦਾ ਹੈ ਐਗਜ਼ਾਮੀਨਰ ਵੱਲੋਂ ਕਿ 1857 ਦੇ ਰਿਵੋਲਟ ਦਾ ਜੋ ਐਕਚੁਅਲ ਪਾਵਰ ਸੀ, ਠੀਕ ਹੈ, ਜੋ ਅਸਲੀ ਦੀ ਪਾਵਰ ਸੀ ਉਹ ਕਿਸ ਦੇ ਹੱਥ ਸੀ, ਐਕਚੁਅਲ ਦਾ ਰੀਅਲ ਪਾਵਰ ਕਿਸ ਦੇ ਹੱਥ ਸੀ, ਤਾਂ ਤੁਹਾਡਾ ਆਨਸਰ ਹੋਏਗਾ ਬਖਤ ਖਾਨ। ਠੀਕ ਹੈ ਜੀ, ਬਖਤ ਖਾਨ ਦੇ ਹੱਥ ਦੇ ਵਿੱਚ ਸੀ ਜੋ ਐਕਚੁਅਲ ਪਾਵਰ ਸੀ 1857 ਦੇ ਰਿਵੋਲਟ ਦੀ, ਉਹ ਕਿਸ ਦੇ ਹੱਥ ਦੇ ਵਿੱਚ ਸੀ, ਉਹ ਬਖਤ ਖਾਨ ਦੇ ਹੱਥ ਦੇ ਵਿੱਚ ਸੀ। ਸੋ ਜੋ 1857 ਦਾ ਰਿਵੋਲਟ ਹੈ ਇਹ ਮੇਰਠ ਤੋਂ ਸਟਾਰਟ ਹੋ ਕੇ ਦਿੱਲੀ ਦੇ ਵਿੱਚ ਜਾਂਦਾ ਹੈ ਤੇ ਇੰਡੀਆ ਦੇ ਬਹੁਤ ਸਾਰੇ ਰਾਜਾਂ ਦੇ ਵਿੱਚ ਜਾਂ ਬਹੁਤ ਸਾਰੇ ਕੋਨਿਆਂ ਦੇ ਵਿੱਚ ਇਹ ਜੋ ਰਿਵੋਲਟ ਸੀ ਇਹ ਫੈਲਣਾ ਸਟਾਰਟ ਹੋ ਜਾਂਦਾ ਹੈ। ਸੋ 1857 ਦਾ ਰਿਵੋਲਟ ਹੈ ਜੋ ਫੈਲਣਾ ਜਦੋਂ ਸਟਾਰਟ ਹੁੰਦਾ ਹੈ, ਪਰ ਕੀ ਸੀ ਕਿ ਇਹ ਹਰ ਇੱਕ ਕੋਨੇ ਦੇ ਵਿੱਚ ਫੈਲਿਆ ਸੀ, ਕਿ ਇੰਨਾ ਜ਼ਿਆਦਾ ਫੈਲ ਗਿਆ ਸੀ ਕਿ ਸਕਸੈਸਫੁਲ ਹੋ ਗਿਆ ਸੀ, ਇਹ ਆਪਾਂ ਫਰਦਰ ਡਿਸਕਸ ਕਰਾਂਗੇ। ਬਟ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਸੈਂਟਰ ਕਿਹੜੇ ਕਿਹੜੇ ਰਹੇ ਨੇ 1857 ਦੇ ਰਿਵੋਲਟ ਦੇ। ਸੋ ਅਗਰ ਸੈਂਟਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਚੀਜ਼ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਪੁੱਛਿਆ ਜਾਂਦਾ ਹੈ ਕਿ ਜੋ 1857 ਦਾ ਵਿਦਰੋਹ ਸੀ, ਰਿਵੋਲਟ ਸੀ, ਉਹ ਕਿਹੜੇ ਸੈਂਟਰ ਤੋਂ ਕਿਹੜੇ ਲੀਡਰ ਦੇ ਦੁਆਰਾ ਲੀਡ ਕੀਤਾ ਗਿਆ ਸੀ ਜੋ 1857 ਦਾ ਰਿਵੋਲਟ ਸੀ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ ਚੀਜ਼ ਵੈਰੀ ਇੰਪੋਰਟੈਂਟ ਹੁੰਦੀ ਹੈ। ਇੱਥੋਂ ਹੀ 1857 ਦੇ ਰਿਵੋਲਟ ਦੇ ਵਿੱਚੋਂ ਐਗਜ਼ਾਮੀਨਰ ਕੁਐਸਚਨ ਚੱਕਦਾ ਹੈ। ਜਿਵੇਂ ਲਖਨਊ ਦੇ ਵਿੱਚੋਂ ਕਿਸਨੇ ਲੀਡ ਕੀਤਾ ਸੀ, ਕਾਨਪੁਰ ਤੇ ਲਖਨਊ ਬਹੁਤ ਹੀ ਇੰਪੋਰਟੈਂਟ ਨੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਲਖਨਊ ਤੋਂ 1857 ਦਾ ਜੋ ਵਿਦਰੋਹ ਸੀ ਇਹ ਬੇਗਮ ਹਜ਼ਰਤ ਮਹਿਲ ਦੇ ਦੁਆਰਾ ਲੀਡ ਕੀਤਾ ਗਿਆ ਸੀ। ਕਾਨਪੁਰ ਤੋਂ ਇਹ ਵਿਦਰੋਹ ਨਾਨਾ ਸਾਹਿਬ ਦੇ ਦੁਆਰਾ ਲੀਡ ਕੀਤਾ ਗਿਆ ਸੀ। ਝਾਂਸੀ ਤੋਂ ਲక్ష్ਮੀ ਬਾਈ ਦੇ ਦੁਆਰਾ ਲੀਡ ਕੀਤਾ ਗਿਆ ਸੀ ਤੇ ਗਵਾਲੀਅਰ ਦੇ ਕਿਲੇ ਤੋਂ ਜੋ ਤਾਂਤੀਆ ਟੋਪੇ ਸੀ ਉਹਨਾਂ ਨੇ ਇਸ 1857 ਦੇ ਰਿਵੋਲਟ ਨੂੰ ਲੀਡ ਕੀਤਾ ਸੀ ਤੇ ਬਿਹਾਰ ਦੇ ਵਿੱਚੋਂ ਰਾਜਾ ਕੁੰਵਰ ਨੇ ਇਸ ਰਿਵੋਲਟ ਨੂੰ ਲੀਡ ਕੀਤਾ ਸੀ।
देखो ये रिवोल्ट हुंदा है, डिफरेंट डिफरेंट कारण होए इस रिवोल्ट दे ते ये रिवोल्ट नूं डिफरेंट डिफरेंट नाम दिते गए। एग्जाम पॉइंट ऑफ व्यू नाल यही इंपॉर्टेंट है कि फर्स्ट इंडिपेंडेंस वॉर 1857 दे रिवोल्ट नूं किस दे द्वारा किया गया सी? आंसर होएगा वीडी सरवारके दे द्वारा। सो इस तो इलावा किहड़े सेंटर दे विचों किसने इंडियन ने लीड किया सी 1857 दा रिवोल्ट? ये भी एग्जाम पॉइंट ऑफ व्यू नाल इंपॉर्टेंट है। ये बख्त खान वाला भी सॉरी बिहार वाला बहुत बार पूछा गया ते फर्स्ट दो लखनऊ ते कानपुर भी एग्जाम दे विच बहुत बार पूछे गए ने। देखो हुण इंडिया के डिफरेंट डिफरेंट सेंटर तो डिफरेंट डिफरेंट लीडर ने इस रिवोल्ट नूं लीड किया सी। उसी तरीके दे नाल इंडिया दे विचों डिफरेंट डिफरेंट ब्रिटिश ईस्ट इंडिया के ऑफिसर ने इस रिवोल्ट नूं सप्रेस करन दी कोशिश की सी। सो आपां देख लैंदे आ कि किहड़े एरिए तो किसने लीड किया सी ते किस ब्रिटिशर ऑफिसर ने इस रिवोल्ट नूं सप्रेस किया सी। एग्जाम पॉइंट ऑफ व्यू नाल इंपॉर्टेंट है। सो फर्स्टली इधर प्लेसिस दित्तियां होईयां है कि किहड़ी जगह तो कित्थे होया सी, ठीक है। सो एक साइड तुहानूं दित्तियां होणगीਆਂ इस ਦੀਆਂ प्लेसिस किहड़ी जगह तो किहड़े सेंटर सन। एक साइड इंडिया के लीडर्स के किस इंडिया के लीडर ने कित्थों लीड किया सी ते दूसरी साइड के ब्रिटिशर्स का किहड़ा ऑफिसर होया है जिसने वो सेंटर तो सप्रेस किया सी। अगर दिल्ली की गल की जाए तो बहुत बार एग्जाम दे विच पूछा गया कि किसने सप्रेस किया सी, तो आंसर होएगा निकलसन ने, ठीक है। निकलसन जोहन ने इसनूं सप्रेस किया सी दिल्ली तो। आ देखो लिखा हुआ इधर चले गया निकलसन। निकलसन निकलसन जोहन ने इसनूं सप्रेस किया सी दिल्ली तो। बहादुर शाह जफर ने लीड किया सी 1857 दे रिवोल्ट नूं। अगर लखनऊ की गल की जाए तो इथों लीड किया सी बेगम हजरत महल ने। अगर सप्रेस पूछा जाए तो लॉरेंस हैनरी ने, ठीक है जी। लॉरेंस हैनरी ने की किया सी? सप्रेस किया सी। कानपुर तो पूछा जाए तो लीड किया सी नाना साहिब ने। सप्रेस किया सी सर कॉलिन ते कैंबले ने, ठीक है। एक नाम हो रहा है कैंबल, कैंबल ते सर कॉलिन, इन्हां दोनों ने सप्रेस किया सी। सो जो अगर झांसी की गल की जाए तो झांसी ते ग्वालियर तो लक्ष्मी बाई एंड तांतिया टोपे ने की किया सी? लीड किया सी। ग्वालियर तो तांतिया टोपे ने। ते अगर गल की जाए झांसी तो लीड किया सी लक्ष्मी बाई ने। ते अगर सप्रेस पूछा जाए तो जनरल ह्यूज रॉस, ठीक है। जनरल ह्यूज रॉस ने सप्रेस किया सी झांसी तो इस रिवोल्ट नूं। सो इत्थे जनरल ह्यूज ने की किया सी? तारीफ की सी। ये भी एग्जाम पॉइंट ऑफ व्यू नाल इंपॉर्टेंट है। बहुत बार एग्जाम दे विच पूछा जाता है कि जनरल ह्यूज रॉस ने किसकी तारीफ की सी, किसकी प्रेज की सी? तो आंसर होएगा झांसी दी रानी, ठीक है। लक्ष्मी बाई दी उसने प्रेज की सी, तारीफ की सी कि सब तो अच्छा जो रिवोल्ट है वो लीड किया जा रहा है एक लेडी वालों, एक फीमेल वालों इंडिया की। हु वाज दैट? कौन सी? वो रानी लक्ष्मी बाई सी, ठीक है जी। बरेली तो खान बहादुर खान ने। हु वाज खान बहादुर खान? आप पढ़ांगे खान बहादुर खान वाज अ फ्रंटियर गांधी, ठीक है जी। खान बहादुर खान ने सॉरी फ्रंटियर गांधी वाज अ गफर खान, ठीक है। खान बहादुर खान ने बरेली तो लीड किया सी। सर कॉलिन कैंबल ने उथों सप्रेस किया सी। बिहार दे विचों कुंवर राजा कुंवर ने लीड किया सी ते विलियम टेलर ने इसनूं की किया सी? सप्रेस किया सी। विलियम टेलर ने इसनूं की किया सी? सप्रेस किया सी। सो ये एग्जाम पॉइंट ऑफ व्यू नाल बहुत इंपॉर्टेंट स्लाइड्स ने। इस तो पहला वाली ते ये स्लाइड्स एग्जाम पॉइंट ऑफ व्यू नाल बहुत ज़्यादा इंपॉर्टेंट है। सो हुण आपां देख लिया कि किस तरीके दे नाल 1857 दा रिवोल्ट शुरू होया, की उहदे कारण रहे ने, किहड़े-किहड़े उहदे सेंटर रहे ने, की यह बहुत ज़्यादा फैलिया सी। बट ये रिवोल्ट किते ना किते जाके की हो गया सी? फेल हो गया सी। हुण देखांगे कि 1857 दे रिवोल्ट दे फेल होण दे कारण की रहे ने, ठीक है। हुण देखांगे कि 1857 दा जो रिवोल्ट सी वो फेल हो गया सी, उसके कारण की रहे ने। ऐसे की जो तुसी कह दो कि ऐसे की सिचुएशंस बन गई सी, ऐसे की सरकमस्टांस बन गए सी कि 1857 दे रिवोल्ट नूं खत्म करना पिया। सो अगर आप मोटा मोटा देखा जाए इंडिया के बारे सोच के, उस टाइम इंडिया के बारे सोच के ही देखा जाए
कि ऐसे की कारण होणगे जिन्हां करके 1857 ਦਾ ਰਿਵੋਲਟ ਜ਼ਿਆਦਾ ਚੱਲ ਨਹੀਂ ਸਕਿਆ। ਸੋ ਸਭ ਤੋਂ ਪਹਿਲਾ ਕਾਰਨ ਤਾਂ ਇਹੀ ਆਪਾਂ ਦੇਖਦੇ ਆਏ ਹਾਂ ਹੁਣ ਤੱਕ ਕਿ ਇੰਡੀਅਨਸ ਦੇ ਵਿੱਚ ਕਦੇ ਯੂਨਿਟੀ ਨਹੀਂ ਸੀ ਰਹੀ। ਸੋ ਯੂਨਿਟੀ ਪਹਿਲੀ ਗੱਲ ਕੀ ਹੈ ਕਿ ਇੰਡੀਅਨਸ ਦੇ ਵਿੱਚ ਯੂਨਿਟੀ ਨਹੀਂ ਸੀ। ਸੈਕੰਡ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਇੱਕ ਆਈਡੀਓਲੋਜੀ ਕਲੀਅਰ ਨਹੀਂ ਸੀ। ਸੋ ਆਪਾਂ ਦੇਖ ਲੈਂਦੇ ਹਾਂ ਕਹਿੰਦੇ what was the reasons for the failure of a revolt 1857 ਕਿ 1857 ਦੇ ਰਿਵੋਲਟ ਦੇ ਫੇਲ ਹੋਣ ਦੇ ਕਾਰਨ ਕੀ ਰਹੇ ਨੇ। ਸਭ ਤੋਂ ਪਹਿਲਾਂ ਕਹਿੰਦੇ ਲੈਕ ਆਫ ਸਪਿਰਿਟ ਆਫ ਨੈਸ਼ਨਲਿਜ਼ਮ, ਕਹਿੰਦੇ ਲੋਕਾਂ ਦੇ ਵਿੱਚ ਨੈਸ਼ਨਲਿਜ਼ਮ ਦੇ ਲਈ ਜੋ ਇੱਕ ਭਾਵਨਾ ਸੀ, ਰਾਸ਼ਟਰ ਦੇ ਲਈ ਜੋ ਭਾਵਨਾ ਸੀ ਉਹ ਬਿਲਕੁਲ ਵੀ ਨਹੀਂ ਸੀ, ਉਹਦੀ ਬਿਲਕੁਲ ਬਹੁਤ ਕਮੀ ਸੀ। ਇਸ ਤੋਂ ਇਲਾਵਾ ਲੈਕ ਆਫ ਪੈਨ ਇੰਡੀਆ ਪ੍ਰੈਕਟੀਸ਼ੀਅਨਸ, ਲੈਕ ਆਫ ਯੂਨਿਟੀ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਇੰਡੀਅਨਸ ਦੇ ਵਿੱਚ ਕਦੇ ਯੂਨਿਟੀ ਹੀ ਨਹੀਂ ਸੀ ਬਣੀ, ਠੀਕ ਹੈ, ਉਹਨਾਂ ਦੇ ਵਿੱਚ ਕਦੇ ਏਕਤਾ ਨਹੀਂ ਸੀ ਬਣੀ, ਇਕੱਠ ਨਹੀਂ ਸੀ ਬਣਿਆ। ਇਹੀ ਸਭ ਤੋਂ ਵੱਡਾ ਕਾਰਨ ਹੈ ਇੰਡੀਅਨਸ ਦਾ ਹਾਰਨ ਦਾ। ਇਸ ਤੋਂ ਇਲਾਵਾ ਕਹਿੰਦੇ ਲੈਕ ਆਫ ਆਲ ਕਲਾਸਿਸ ਪਾਰਟਿਸਿਪੇਸ਼ਨ, ਕਹਿੰਦੇ ਇੰਡੀਆ ਦੇ ਬੇਸ਼ੱਕ ਇਹ ਫੈਲਿਆ ਬਹੁਤ ਸੀ ਬਟ ਇਹਦੇ ਇਸ ਰਿਵੋਲਟ ਦੇ ਵਿੱਚ ਇੰਡੀਆ ਦੀਆਂ ਸਾਰੀਆਂ ਕਲਾਸਿਸ ਨੇ ਪਾਰਟਿਸਿਪੇਟ ਨਹੀਂ ਸੀ ਕੀਤਾ। ਸੋ ਕਲਾਸਿਸ ਕਿਵੇਂ, ਜਿਵੇਂ ਆਪਣੇ ਬਰਗੋਸਿਸ ਜਾਂ ਆਪਣੇ ਇੰਡਸਟਰੀਲਾਈਜੇਸ਼ਨ ਜਾਂ ਬਿਜ਼ਨਸਮੈਨ ਨੇ ਇਸ 1857 ਦੇ ਰਿਵੋਲਟ ਦੇ ਵਿੱਚ ਪਾਰਟਿਸਿਪੇਟ ਨਹੀਂ ਸੀ ਕੀਤਾ। ਇਸ ਤੋਂ ਇਲਾਵਾ ਕਹਿੰਦੇ ਨੋ ਸਪੋਰਟ ਫਰੋਮ ਰੂਲਿੰਗ ਕਲਾਸਿਸ, ਕਹਿੰਦੇ ਜਿਹੜੇ ਰੂਲਿੰਗ ਕਲਾਸ ਸੀ ਨਾ, ਜਿਹੜੇ ਅਪਰ ਕਲਾਸਿਸ ਦੇ ਲੋਕ ਸੀ ਇੰਡੀਅਨਸ ਦੇ, ਉਹਨਾਂ ਨੇ ਇਸ ਰਿਵੋਲਟ ਨੂੰ ਬਿਲਕੁਲ ਵੀ ਸਪੋਰਟ ਨਹੀਂ ਸੀ ਕੀਤਾ। ਇਸ ਤੋਂ ਇਲਾਵਾ ਇੰਡੀਅਨਸ ਦੇ ਕੋਲ ਨਾ ਹੀ ਅੱਛੇ ਤਰੀਕੇ ਦੇ ਆਰਮਸ ਜਾਂ ਇਕਵਿਪਮੈਂਟ ਜਾਂ ਵੈਪਨ ਸੀ, ਹੁਣ ਇੰਡੀਅਨਸ ਕੋਲ ਅੱਛੇ ਤਰੀਕੇ ਦੇ ਹਥਿਆਰ ਤੱਕ ਨਹੀਂ ਸੀ। ਇਸ ਤੋਂ ਇਲਾਵਾ ਪੂਅਰਲੀ ਆਰਗੇਨਾਈਜ਼ਡ, ਕਹਿੰਦੇ ਇਹ ਜੋ 1857 ਦਾ ਰਿਵੋਲਟ ਸੀ ਇਹ ਅੱਛੇ ਤਰੀਕੇ ਨਾਲ ਪਲਾਨ ਜਾਂ ਅੱਛੇ ਤਰੀਕੇ ਦੇ ਨਾਲ ਆਰਗੇਨਾਈਜ਼ ਨਹੀਂ ਸੀ ਕੀਤਾ ਹੋਇਆ। ਕਿਸੇ ਦੀ ਵੀ ਆਈਡੀਓਲੋਜੀ ਕਲੀਅਰ ਨਹੀਂ ਸੀ, ਕਿਸੇ ਦਾ ਵੀ ਜੋ ਗੋਲ ਸੀ ਉਹ ਕਾਮਨ ਨਹੀਂ ਸੀ। 1857 ਦੇ ਰਿਵੋਲਟ ਨੂੰ ਇੱਕ ਮਾਸ ਰਿਬੇਲੀਅਨ ਵੀ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਸਾਰੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ, ਫਿਰ ਵੀ ਸਕਸੈਸਫੁਲ ਕਿਉਂ ਨਹੀਂ ਸੀ ਹੋ ਸਕਿਆ? ਕਿਉਂਕਿ ਲੋਕਾਂ ਦੀ ਆਈਡੀਓਲੋਜੀ ਬਿਲਕੁਲ ਵੀ ਕਲੀਅਰ ਨਹੀਂ ਸੀ। ਲੋਕਾਂ ਦਾ ਜਿਹੜੇ ਵੀ ਲੋਕ 1857 ਦੇ ਰਿਵੋਲਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸਨ ਉਹ ਕਾਮਨ ਗੋਲ ਨਹੀਂ ਸੀ। ਕੋਈ ਕਿਸੇ ਵਜ੍ਹਾ ਕਰਕੇ ਲੜ ਰਿਹਾ ਸੀ, ਕੋਈ ਇਕਨੋਮਿਕਲ ਕਾਰਨਾਂ ਕਰਕੇ ਲੜ ਰਿਹਾ ਸੀ, ਕੋਈ ਪੋਲੀਟੀਕਲ ਕਾਰਨਾਂ ਕਰਕੇ ਲੜ ਰਿਹਾ ਸੀ। ਅਗਰ ਇਹਨਾਂ ਦਾ ਇੱਕ ਗੋਲ ਸੀ, ਅਗਰ ਕਾਮਨ ਹੁੰਦਾ ਜਾਂ ਫਿਰ ਸਾਂਝਾ ਹੁੰਦਾ, ਦੈਟ ਉਹ ਰੀਜ਼ਨ ਬਣ ਸਕਦਾ ਸੀ ਕਿ ਇਸ ਦੀ ਸਕਸੈਸ ਦਾ। ਬਟ ਇਹੀ ਕਾਰਨ ਰਹੇ ਨੇ ਕਿ ਇੰਡੀਅਨਸ ਦੇ ਵਿੱਚ ਯੂਨਿਟੀ ਨਹੀਂ ਸੀ, ਨਾ ਹੀ ਉਹਨਾਂ ਦਾ ਕੋਈ ਕਾਮਨ ਗੋਲ ਸੀ ਕਿ ਅਸੀਂ ਕਿਸ ਕਰਕੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ, ਜਿਹਦੇ ਕਰਕੇ ਉਹਨਾਂ ਨੂੰ 1857 ਦੇ ਰਿਵੋਲਟ ਨੂੰ ਖਤਮ ਕਰਨਾ ਪਿਆ ਤੇ ਇੱਕ ਹਾਰ ਦਾ ਜੋ ਸੀ ਸਾਹਮਣਾ ਕਰਨਾ ਪਿਆ ਸੀ। ਸੋ ਇਹ ਸੀ ਸਾਡਾ 1857 ਦਾ ਰਿਵੋਲਟ ਕਿਉਂ ਸਟਾਰਟ ਹੋਇਆ, ਕਾਰਨ ਆਪਾਂ ਪੜ੍ਹ ਚੁੱਕੇ ਹਾਂ ਤੇ ਇਹਦੇ ਆਪਾਂ ਕੀ ਇਹਦੇ ਸੈਂਟਰ ਕਿਹੜੇ ਸੀ, ਕਿਸ ਨੇ ਲੀਡ ਕੀਤਾ, ਕਿਸ ਨੇ ਸਪਰੈਸ ਕੀਤਾ, ਇਹ ਸਭ ਕੁਝ ਪੜ੍ਹ ਚੁੱਕੇ ਹਾਂ। ਕੱਲ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਜੋ 1857 ਦਾ ਰਿਵੋਲਟ ਹੋਇਆ ਉਹਦੇ ਆਊਟਕਮਸ, ਉਹਦੇ ਰਿਜ਼ਲਟ ਕੀ ਨਿਕਲੇ ਨੇ। ਹੋਪਫੁਲੀ ਤੁਹਾਨੂੰ ਇਹ ਲੈਕਚਰ ਬਹੁਤ ਅੱਛੇ ਤਰੀਕੇ ਦੇ ਨਾਲ ਸਮਝ ਆਇਆ ਹੋਵੇਗਾ। ਸੋ ਥੈਂਕ ਯੂ ਸੋ ਮਚ, ਮਿਲਦੇ ਨੈਕਸਟ ਲੈਕਚਰ ਦੇ ਵਿੱਚ।